ਵੈਲਕਮ ਟੂ ਮਲੂਕਾ ਆਈਐਸ। ਅੱਜ ਅਸੀਂ ਪੰਜਾਬੀ ਲਿਟਰੇਚਰ ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ। ਠੀਕ ਹੈ, ਤੁਹਾਨੂੰ ਪਤਾ ਹੈਗਾ ਕਿ ਪੰਜਾਬੀ ਲਿਟਰੇਚਰ ਦੇ ਪੇਪਰ ਦੇ ਵਿੱਚ ਇੱਕ ਟੌਪਿਕ ਗੁਰਮਤਿ ਕਾਵਿ ਬਾਰੇ ਵੀ ਹੈ। ਹਰ ਵਾਰ यूपीएससी ਦੇ ਜਿਹੜਾ ਮੇਨਸ ਐਗਜ਼ਾਮੀਨੇਸ਼ਨ ਹੁੰਦਾ ਹੈਗਾ, ਇਹਨੂੰ ਲੈ ਕੇ ਸਵਾਲ ਪੁੱਛਿਆ ਜਾਂਦਾ ਹੈਗਾ, ਹੈ ਨਾ। ਗੁਰਮਤਿ ਕਾਵਿ ਕੀ ਹੈਗਾ? ਆਸਾਨ ਭਾਸ਼ਾ ਦੇ ਵਿੱਚ ਅਸੀਂ ਅਗਰ ਦੇਖੀਏ ਕਿ ਗੁਰਮਤਿ ਦਾ ਕੀ ਅਰਥ ਹੈਗਾ, ਗੁਰਮਤਿ ਦਾ ਅਰਥ ਹੈਗਾ ਗੁਰੂ ਦੀ ਮੱਤ। ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ, ਗੁਰੂ ਕੀ ਕਹਿਣਾ ਚਾਹੁੰਦਾ ਹੈ ਜਾਂ ਗੁਰੂ ਸਾਹਿਬਾਨ ਕੀ ਕਹਿਣਾ ਚਾਹੁੰਦੇ ਨੇ, ਉਸ ਬਾਣੀ ਨੂੰ, ਗੁਰੂ ਦੀ ਸਿੱਖਿਆ ਨੂੰ ਗੁਰਬਾਣੀ ਕਹਿੰਦੇ ਆ ਅਸੀਂ, ਜਿਹਦਾ ਇੱਕ ਹੋਰ ਨਾਮ ਧੁਰ ਕੀ ਬਾਣੀ ਵੀ ਹੈ। ਕਿਉਂ ਕਹਿੰਦੇ ਧੁਰ ਕੀ ਬਾਣੀ? ਜਿਹੜੀ ਧੁਰ ਤੋਂ ਆਈ ਹੈ, ਜਿਹੜਾ ਪਰਮਾਤਮਾ ਬੁਲਾ ਰਿਹਾ ਕਿਹਦੇ ਰਾਹੀਂ? ਗੁਰੂ ਦੇ ਰਾਹੀਂ। ਜਦੋਂ ਅਸੀਂ ਗੁਰਮਤਿ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਹੈਗਾ ਇੱਕ ਅਜਿਹਾ ਸੰਕਲਪ ਉਹਦੇ ਵਿੱਚ ਗੁਰੂ ਦਾ ਹੈ, ਨਾਮ ਵੀ ਹੈ ਗੁਰਮਤਿ, ਗੁਰਬਾਣੀ। ਇਹ ਸਭ ਚੀਜ਼ਾਂ ਕੀ ਨੇ? ਗੁਰੂ ਦੀ ਮਹਿਮਾ ਨੂੰ ਬਿਆਨ ਕਰਦੇ ਨੇ। ਸਭ ਤੋਂ ਪਹਿਲਾਂ ਥੋੜਾ ਜਿਹਾ ਬੇਸਿਕ ਪ੍ਰਿਸ਼ਠਭੂਮੀ ਸਾਨੂੰ ਇਹਦੀ ਦੇਖਣੀ ਚਾਹੀਦੀ ਹੈਗੀ ਆ ਕਿ ਗੁਰਬਾਣੀ ਜਾਂ ਗੁਰਮਤਿ ਦਾ ਉਭਾਰ ਕਿਵੇਂ ਹੋਇਆ, ਹੈ ਨਾ। ਤੁਹਾਨੂੰ ਪਤਾ ਹੈਗਾ, ਅਸੀਂ ਇੱਕ ਵਾਰੀ ਪੜ੍ਹਿਆ ਵੀ ਸੀਗਾ, ਜਿਹੜਾ ਨਾਥ ਜੋਗੀ ਸਾਹਿਤ ਹੈ, ਇਸ ਤੋਂ ਬਾਅਦ ਬਾਬਾ ਫਰੀਦ ਆਉਂਦੇ ਨੇ, ਜਿਨ੍ਹਾਂ ਨੂੰ ਪੰਜਾਬੀ ਦਾ ਸ਼ਿਰੋਮਣੀ ਕਵੀ ਵੀ ਮੰਨਿਆ ਜਾਂਦਾ ਹੈ। ਕਿਉਂ? ਪੰਜਾਬੀ ਦੇ ਪਹਿਲੇ ਕਵੀ ਦੇ ਤੌਰ ਤੇ ਮੰਨੇ ਜਾਂਦੇ ਨੇ ਬਾਬਾ ਫਰੀਦ ਜਿਹੜੇ ਨੇ, ਹੈ ਨਾ। ਇਹਨਾਂ ਨੂੰ ਪੰਜਾਬੀ ਕਾਵਿ ਦਾ ਮੋਢੀ ਵੀ ਕਿਹਾ ਜਾਂਦਾ ਹੈਗਾ। ਬਾਬਾ ਫਰੀਦ, ਕਿਉਂਕਿ ਤੁਹਾਨੂੰ ਪਤਾ ਹੈ ਕਿਹਦੇ ਨਾਲ ਜੁੜਾਵ ਇਹਨਾਂ ਦਾ ਜ਼ਿਆਦਾ ਦਿਖਦਾ ਹੈਗਾ? ਸੂਫੀ ਮਤ ਨਾਲ ਜਾਂ ਸੂਫੀਵਾਦ ਨਾਲ। ਬਟ ਇਸ ਤੇ ਅੱਗੇ ਅਗਲੀ ਜਿਹੜਾ ਪੜਾਅ ਹੈਗਾ ਜਾਂ ਅਗਲਾ ਜਿਹੜਾ ਚਰਨ ਆ, ਫੇਸ ਆ, ਉਹ ਕੀ ਹੈ? ਗੁਰਮਤਿ ਦਾ ਹੈ। ਹੁਣ ਧਿਆਨ ਨਾਲ ਸਮਝੋ, ਸਿਧਾਂਤ ਉਹੀ ਹੋਣੇ ਨੇ, ਹੈ ਨਾ। ਕੁਝ ਕੁ ਸਿਧਾਂਤਾਂ 'ਚ ਬਦਲਾਵ ਆਏਗਾ, ਸਾਹਿਤਿਕ ਪੱਧਰ ਤੇ ਕੁਝ ਬਦਲਾਵ ਆਏਗਾ, ਕੁਝ ਮਨੋਵਿਗਿਆਨਿਕ ਸਤਰ ਤੇ ਬਦਲਾਵ ਆਏਗਾ, ਗੁਰਬਾਣੀ ਜਿਹਦੇ ਨਾਲ ਜੁੜੀ ਹੋਏਗੀ। ਹੁਣ ਤੁਸੀਂ ਦੇਖੋ, ਜਿਹੜੀ ਗੁਰਮਤਿ ਹੈ ਇਹਦੇ ਵਿੱਚ ਸ਼ੁਰੂਆਤੀ ਇਹਦੇ ਕਵੀ ਮੋਢੀ ਕੌਣ ਨੇ? ਗੁਰੂ ਨਾਨਕ ਨੇ। ਗੁਰੂ ਨਾਨਕ ਨੇ, ਹੈ ਨਾ, ਜੋ ਕੀ ਕਹਿੰਦੇ ਨੇ। ਜਦੋਂ ਤੁਸੀਂ ਇੱਕ ਗੱਲ ਵਿਚਾਰਧਾਰਾ ਦੇ ਤੌਰ ਤੇ ਵੀ ਸਮਝਣਾ ਚਾਹੋਗੇ ਤਾਂ ਤੁਹਾਨੂੰ ਸਮਝ ਆਏਗਾ ਕਿ ਨਾਥ ਜੋਗੀ ਜਿਹੜੇ ਨੇ ਉਹ ਅਤੀ ਦੀ ਗੱਲ ਕਰਦੇ ਨੇ। ਅਤੀ ਮਤਲਬ ਐਕਸਟ੍ਰੀਮ, ਹੈ ਨਾ। ਅਤੀ ਮਤਲਬ ਐਕਸਟ੍ਰੀਮ ਦੀ ਗੱਲ ਕਰਦੇ ਨੇ। ਐਕਸਟ੍ਰੀਮ ਕੀ ਹੁੰਦਾ ਹੈਗਾ? ਤੁਸੀਂ ਪੜ੍ਹਿਆ ਹੈ ਨਾ ਕਿ ਜੰਗਲ ਦੇ ਵਿੱਚ ਜਾਓ, ਕਠਿਨ ਤਪ ਕਰੋ, ਪਰਿਵਾਰ ਤੋਂ ਦੂਰ ਰਹੋ, ਹੋ ਸਕਦਾ ਹੈ ਪਰਿਵਾਰ ਵੀ ਨਾ ਬਣਾਓ। ਇਹ ਸਾਰੀਆਂ ਚੀਜ਼ਾਂ ਨਾਥ ਜੋਗਾਂ ਦੇ ਵਿੱਚ ਜਾਂ ਨਾਥ ਜੋਗੀ ਸਾਹਿਤ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀ ਨਹੀਂ, ਜਾਂ ਨਾਥ ਮਤ ਦੇ ਵਿੱਚ ਸਾਨੂੰ ਇਹ ਵਿਚਾਰਧਾਰਾ ਦੇਖਣ ਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਆ। ਬਟ ਗੁਰਬਾਣੀ ਕੁਝ ਹੋਰ ਕਹਿੰਦੀ ਹੈ। ਕੀ ਕਹਿੰਦੀ ਹੈ ਗੁਰਬਾਣੀ ਜਾਂ ਗੁਰਮਤਿ ਕੀ ਕਹਿੰਦੀ ਹੈ? ਗੁਰਮਤਿ ਕਹਿੰਦੀ ਹੈਗੀ ਹੈ ਨਿਰਲੇਪਤਾ ਦੀ ਗੱਲ। ਗਿਰ ਮਾਹੇ ਉਦਾਸਾ ਜਾਂ ਗ੍ਰਹਿ ਮਾਹੇ ਉਦਾਸਾ, ਕੁਛ ਵੀ ਸਮਝ ਲਓ। ਇਹਦਾ ਕੀ ਮਤਲਬ ਹੈ? ਘਰ ਦੇ ਵਿੱਚ ਰਹਿ ਕੇ ਵੀ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਫਿਰ ਦੁਬਾਰਾ ਦੁਹਰਾ ਦੇਣਾ ਮੈਂ, ਨਾਥ ਮਤ ਇਹ ਕਹਿੰਦਾ ਹੈਗਾ ਵੀ ਤੁਸੀਂ ਜਾਓ, ਕਠਿਨ ਸਾਧਨਾ ਕਰੋ, ਇੱਕਦਮ ਉਪਰਾਮ ਹੋ ਜਾਓ। ਕਿਸ ਤੋਂ? ਸਮਾਜ ਤੋਂ। ਸਮਾਜ ਤੋਂ ਉਪਰਾਮ ਹੋ ਕੇ ਤੁਸੀਂ ਕਿਸੇ ਇੱਕ ਐਦਾਂ ਦੀ ਥਾਂ ਦੇ ਉੱਤੇ ਜਾਓ ਜਿੱਥੇ ਕੋਈ ਨਹੀਂ ਹੈਗਾ, ਤੇ ਉੱਥੇ ਜਾ ਕੇ ਕਠਿਨ ਤਪ ਕਰੋ। ਉਹ ਤਪ ਕਰਨ ਤੋਂ ਬਾਅਦ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਹੋ ਸਕਦਾ ਤੁਹਾਡਾ ਜੀਵਨ ਮੁਕਤ ਹੋ ਜਾਏ। ਬਟ ਐਦਾਂ ਦੀ ਕੋਈ ਵੀ ਗੱਲ ਗੁਰਬਾਣੀ ਨਹੀਂ ਕਰਦੀ ਹੈਗੀ। ਗੁਰਮਤਿ ਕੀ ਕਹਿੰਦੀ ਹੈ? ਗੁਰਮਤਿ ਕਹਿੰਦੀ ਹੈ ਕਿ ਤੁਸੀਂ ਘਰ ਦੇ ਵਿੱਚ ਰਹਿ ਕੇ ਹੀ ਆਪਣੇ ਜੋ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ, ਜੋ ਵੀ ਸਾਡੀਆਂ ਰਿਸਪੌਂਸਿਬਿਲਿਟੀ ਨੇ ਪਰਿਵਾਰ ਲਈ, ਉਹ ਨਿਭਾ ਕੇ ਵੀ ਅਸੀਂ ਘਰ ਦੇ ਵਿੱਚ ਵੀ ਕੀ ਕਰ ਸਕਦੇ ਹਾਂ? ਆਤਮਾ ਜਿਹੜੀ ਹੈ ਪਰਮਾਤਮਾ ਨਾਲ ਮਿਲ ਸਕਦੀ ਹੈਗੀ, ਹੈ ਨਾ। ਆਤਮ ਤੇ ਪਰਮਾਰਥ ਦਾ ਮਿਲਨ ਹੋ ਸਕਦਾ ਹੈ ਨਾ। ਇਹ ਤਾਂ ਵਿਚਾਰਧਾਰਾ ਦੇ ਤੌਰ ਤੇ ਅਸੀਂ ਡਿਫਰੈਂਸ ਸਮਝ ਲਿਆ। ਉਸ ਤੋਂ ਇਲਾਵਾ ਹੁਣ ਸਾਨੂੰ ਇਹ ਦੇਖਣਾ ਹੈਗਾ ਜਿਹੜਾ ਗੁਰਮਤਿ ਕਾਵਿ, ਇਹਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਨੇ। ਸਭ ਤੋਂ ਪਹਿਲੀ ਵਿਸ਼ੇਸ਼ਤਾ ਗੁਰਮਤਿ ਕਾਵਿ ਦੀ ਕੀ ਹੈਗੀ ਹੈ? ਜੇ ਤੁਸੀਂ ਤੁਹਾਡੇ ਇੱਕਦਮ ਤੁਸੀਂ ਕਲੀਅਰ ਹੋ ਕਿ ਇਹ ਜਿਹੜੀ ਕਾਵਿ ਆ, ਗੁਰਮਤਿ ਕਾਵਿ ਜਿਹੜਾ ਹੈਗਾ, ਇਹ ਧਾਰਮਿਕ ਵੰਨਗੀ ਦੀ ਕਵਿਤਾ ਹੈ। ਕਵਿਤਾ ਨਾਰਮਲ ਅਸੀਂ ਕਵਿਤਾ ਦੀ ਗੱਲ ਕਰੀਏ, ਕਿਹਦੀ ਗੱਲ ਕਰਦੀ ਹੈ? ਸੁਹਜ ਦੀ ਗੱਲ ਕਰਦੀ ਹੈ, ਇੰਟਰਟੇਨਮੈਂਟ ਦੀ ਗੱਲ ਕਰਦੀ ਹੈ,
ਕਰਦੀ ਹੈ ਨਹੀਂ। ਬਟ ਜਿਹੜੀ ਧਾਰਮਿਕ ਕਵਿਤਾ ਹੁੰਦੀ ਹੈ ਉਹਦੇ ਵਿੱਚ ਕੀ ਡਿਫਰੈਂਸ ਹੈ, ਉਹਦੇ ਵਿੱਚ ਧਰਮ ਦੀ ਕੁਛ ਨਾ ਕੁਛ ਗੱਲ ਹੋਏਗੀ, ਧਰਮ ਦਾ ਕੁਛ ਜ਼ਿਕਰ ਹੋਏਗਾ, ਉਹਦੇ ਵਿੱਚ ਆਤਮਾ ਜਾਂ ਪਰਮਾਤਮਾ ਬਾਰੇ ਗੱਲ ਕੀਤੀ ਗਈ ਹੋਏਗੀ, है ना। तो गुरबाणी इसे दी गल करती है, गुरबाणी इस चीज़ का ही जिक्र करती है कि किस तरह आत्मा जिहड़ी हैगी है वो परमात्मा च लीन हो सकती है। एक कॉन्सैप्ट मैं तुहानूं होर क्लीयर करदा, जिद्दां सब तो मेन जिहड़ा कॉन्सैप्ट हैगा गुरु दा संकल्प, गुरबाणी इस चीज़ का जिक्र करती है कि जेकर आत्मा ने परमात्मा तक पहुँचना है तो गुरु होना चाहिए, है ना। जिमें सिख धर्म दे विच गुरु कौन ने, एक समय ते गुरु नानक देव जी सी, देह रूप दे विच सन गुरु गोबिंद सिंह तक, हुण कौन ने, गुरु ग्रंथ साहिब ने। गुरु ने जिहड़ी आत्मा नूं परमात्मा तक लैके जाण दा जिहड़ा एक राह प्रदान करनगे, है ना। ते इहदे विच जिवें तुसीं देखोगे गुरबाणी इस गल दा जिक्र करदी है, जे 100 चंदा उगवै सूरज चढ़े हजार, इते चानण होंदियां गुरबिन घोर अंधार, है ना। इदां दा एग्जाम्पल तुसीं एग्जामिनेशन च जरूर कोट कर सकते हो। मतलब दूजी प्रमुख विशेषता इहदे विच गुरु दा संकल्प होना है, गुरबाणी इस चीज़ का जिक्र करदी। उस तो अलावा की गुरबाणी रहस्यवाद की गल करदी है, बिल्कुल करदी है। गुरबाणी रहस्यवाद की भी गल करदी है। तुसीं देखो इक ओंकार, सतनाम, करता पुरख, पूरा मूल मंत्र अगर तुसी देखते हो शुरुआत तो लैके, है ना, गुरप्रसाद तक असी देखते हैं, ये पूरी गुरबाणी किस दी गल करती है, किसी ना किसी रहस्य की गल करती है। रहस्य कौन है, ऐदा दा जिन्हों देखा नहीं जा सकता शायद, बट महसूस किया जा सकता है। ये वही रहस्यवाद है जिसकी गल असी मैं तुहानूं दस्सिया आधुनिक भारत दे विच आके या आधुनिक काव्य दे विच आके कौन करते हैं, भाई वीर सिंह, प्रोफैसर साहिब सिंह, ये सारे की गल करते, उसे रहस्यवाद की गल करते हैं। प्रोफैसर पूरन सिंह भी इसे रहस्यवाद की गल करते हैं। बट कि यह रहस्यवाद इन्हां लिखारियां नूं कित्थों प्राप्त होया है, गुरबाणी तो, है ना। गुरबाणी दे विच भी रहस्यवाद की गल करते हैं। गुरबाणी की एक प्रमुख विशेषता गुरमत काव्य की रहस्यवाद का होना भी है ना। कुछ ऐदां दी असीम पावर जिहड़ी कित्थे ना कित्थे वरतदी है, जिन्हों महसूस किया जा सकता है पर बयान नहीं किया जा सकता है ना। उस रहस्यवाद, वो रहस्यवाद भी गुरबाणी की एक प्रमुख विशेषता है। उस तो अलावा मानववाद, गुरु ग्रंथ साहब दे विच कई इदां दियां कोटेशन तुहानूं देखण नूं मिलदियां ने। तुसीं खास करके देखोगे इस्त्री दे उच्चे दर्जे की गल भी की गई है। भंड जम्मीए भंड निम्मीए भंड मंगण वियाहो, भंडो होवे दोस्ती भंडो चले राहो, भंड जम्मीए भंड निम्मी, ये सब की है भंड बारे गल, है ना। सो क्यों मंदा आखी है जित जम्मे राजान, जिन्हें राजियां नूं पैदा किया उहनूं किवें कोई निवा मन सकता है। इस तो अलावा तुसीं देखोगे जातिगत जिहड़ा भेदभाव हुंदा सी उहनूं भी गुरु साहिबान ने रोकण की कोशिश की, उहदी भी मनाही, है ना। सिख धर्म के भी तुहानूं ये चीज़ां देखण नूं मिलदियां ने। ये सारियां विशेषतावां जिहड़ियां ने ये तुहानूं गुरमत काव्य दे विच देखण नूं मिलदियां ने, है ना। इस तो अलावा होर की सचियारा बनन की प्रेरणा भी गुरमत काव्य दे विच दित्ती गई। किव सचियारा होई है, किव कूड़ा टुटै पाल, हुक्म रजाई चलना नानक लिखिया नाल। गुरबाणी सच की गल करती है तो व्यक्ति अपने आप को किस तरह सच बना सकता है, क्योंकि जदों तक वो सचियारा नहीं बनेगा वो सच दे विच लीन नहीं होएगा, तो सच दे विच लीन होना ही तो मनुख का अंतिम उद्देश। ये सारी कहानी या ये सारियां गल्लां जिहड़ियां ने गुरबाणी सानू बहुत ही सौखे शब्दों के बयान करती। जे असी गुरु ग्रंथ साहब बारे गल करिए ओवरऑल सानू पता लगता है भी ये 6 गुरु साहिबाना की बाणी, 1430 अंग ने, ठीक है। 1430 अंग दे विच 6 गुरु साहिबाना की बाणी है। इस तो अलावा अगर असी देखिए ये 15 भगतां की बाणी है, 11 भट्टां की बाणी है, तो 4 गुरसिखां की बाणी भी ये शामिल है। कि गुरमत काव्य दे विच सिर्फ तो सिर्फ गुरु ग्रंथ साहब की बाणी नूं शामिल किया जाएगा, इस चीज़ नूं भी एकदम इत्थे क्लैरिटी होनी चाहिए है। नहीं, गुरु ग्रंथ साहब जी की बाणी जिहड़ी गुरबाणी है वो तो शामिल होएगी भी, दसम ग्रंथ की भी बाणी इस दे विच शामिल की जाती है। गुरमत काव्य दे विच ईवन भाई गुरदास दी जियां जिहड़ियां वारां ने, भाई गुरदास दियां वारां भी जिहड़ियां ने वो भी गुरमत काव्य दे विच शामिल होंदियां ने।
ਓਵਰਆਲ ਅਸੀਂ ਇਸ ਟੌਪਿਕ ਨੂੰ ਬਹੁਤ ਹੀ ਗਹਿਰਾਈ ਦੇ ਵਿੱਚ ਸਮਝਣ ਦਾ ਯਤਨ ਕੀਤਾ ਹੈਗਾ। ਠੀਕ ਹੈ, ਇਸੇ ਤਰ੍ਹਾਂ ਦੇ ਡੈਮੋਜ਼ ਵੀਡੀਓਜ਼ ਹੋਰ ਵੀ ਆਉਂਦੇ ਰਹਿਣਗੇ। ਮਿਲਦੇ ਹਾਂ ਅਗਲੀ ਵੀਡੀਓਜ਼, ਤਦ ਤੱਕ ਆਪਣਾ ਧਿਆਨ ਰੱਖੋ, ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ। ਬਹੁਤ ਬਹੁਤ ਧੰਨਵਾਦ।